ਫਾਊਂਡੇਸ਼ਨ ਦੇ ਖਾਸ ਪ੍ਰੋਗਰਾਮ ਪ੍ਰਾਊਡ ਸਿੱਖ ਐਂਟਰਪ੍ਰੀਨਿਓਰ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਤੇ ਸਭ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ ਅਸਮਿਤਾ ਸਿੰਘ ਮਲਿਕ ਤੇ ਅੱਜ ਦੇ ਸਫ਼ਰ ਵਿੱਚ ਮੇਰੇ ਨਾਲ ਜੁੜ ਰਹੇ ਹਨ ਸਰਦਾਰ ਸਿਮਰਨਜੀਤ ਸਿੰਘ ਜੀ ਜੋ ਕਿ ਕਨਸੈਪਟ ਯੂਰ ਕਿਚਨ ਹਸਪਿਟੈਲਿਟੀਜ਼ ਪ੍ਰਾਈਵੇਟ ਲਿਮਟਿਡ 'ਚ ਵਨ ਆਫ ਦਾ ਡਾਇਰੈਕਟਰ ਹਨ ਅਤੇ ਇਹਦੇ ਨਾਲ ਹੀ ਉਹ ਫੂਡ ਬ੍ਰਾਂਡ ਕੰਸਲਟੈਂਟ ਵੀ। ਸਿਮਰਨਜੀਤ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ ਫॉर ਇਨਵਾਈਟਿੰਗ ਮੀ ਟੁਡੇ ਹੇਅਰ। ਬੜਾ ਹੀ ਡਿਫਰੈਂਟ ਜਿਹਾ ਹੈ ਤੁਹਾਡਾ। ਮੈਂ ਪ੍ਰੋਫੈਸ਼ਨਲ ਪ੍ਰੋਫਾਈਲ ਦੇਖ ਰਹੀ ਸੀ ਜੀ ਤੇ ਇਹਦੇ ਬਾਰੇ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗੀ ਤਾਂ ਹੀ ਮੈਂ ਕੁਝ ਅੱਗੇ ਇਹਦੇ ਬਾਰੇ ਗੱਲ ਕਰਾਂਗੇ ਆਪਾਂ। ਤੇ ਮੈਮ ਬੇਸਿਕਲੀ ਅਸੀਂ ਨਾ ਫੂਡ ਬ੍ਰਾਂਡਸ ਦੇ ਕੰਸਲਟੈਂਟ ਹੈਗੇ ਆ, F&B ਕੰਸਲਟੈਂਟਸ ਟੂ ਬੀ ਪ੍ਰੀਸਾਈਜ਼। ਤੇ ਅੱਜ ਦੀ ਡੇਟ ਵਿੱਚ ਜੇ ਤੁਸੀਂ ਮਾਰਕੀਟ ਵਿੱਚ ਵੇਖੋ ਤੇ ਇਹ ਨੰਬਰ ਮਤਲਬ ਕੀ ਹੁੰਦਾ ਹੈ ਮੈਮ? ਫੂਡ ਬ੍ਰਾਂਡਸ ਜਿਵੇਂ ਮਾਰਕੀਟ ਵਿੱਚ ਜਿੰਨੇ ਅੱਜ ਦੀ ਡੇਟ ਵਿੱਚ ਇੰਨੇ ਬ੍ਰਾਂਡਸ ਨੇ, ਜੇ ਤੁਸੀਂ ਗੱਲ ਕਰੋ ਪ੍ਰੋਮੀਨੈਂਟ ਇੰਟਰਨੈਸ਼ਨਲ ਚੇਨਸ ਸਟਾਰਬਕਸ, ਬਰਗਰ ਕਿੰਗ, ਮੈਕਡੋਨਲਡਸ, ਇੰਡੀਅਨ ਚੇਨਸ ਹੈਗੀਆਂ ਨੇ ਲਾਈਕ ਫॉर ਐਗਜ਼ਾਮਪਲ ਗਿਆਨੀਜ਼ ਹੈਗਾ ਹੈ, ਬੜੇ ਸਾਰੇ ਚਾਪ ਵਾਲੇ ਹੈਗੇ ਨੇ ਮਾਰਕੀਟ ਵਿੱਚ, ਵੀਰ ਜੀ ਮਲਾਈ ਚਾਪ ਐਂਡ ਔਨ ਬਥੇਰੇ ਹੈਗੇ ਨੇ। ਤੇ ਬੜੇ ਸਾਰੇ ਲੋਕ ਆਪਣਾ ਬਿਜ਼ਨਸ ਵੀ ਸਟਾਰਟ ਕਰਨਾ ਚਾਹੁੰਦੇ ਨੇ। ਜਿਵੇਂ ਓਨੈਸਟਲੀ ਇੰਡੀਆ ਵਿੱਚ ਤੇ ਜੇ ਤੁਸੀਂ ਇੱਕ ਸਰਵੇ ਵੇਖੋ ਤੇ 80 to 85% ਬੰਦਿਆਂ ਨੂੰ ਨਾ ਆਪਣਾ ਫੂਡ ਬ੍ਰਾਂਡ ਸਟਾਰਟ ਕਰਨ ਦਾ ਹਮੇਸ਼ਾ ਮਨ ਹੁੰਦਾ ਹੈ। ਉਹ ਸਟਾਰਟ ਕਰ ਪਾਣ ਨਹੀਂ ਕਰ ਪਾਣ, ਸਟਾਰਟ ਕਰਕੇ ਮਹੀਨੇ ਬਾਅਦ ਬੰਦ ਕਰ ਦੇਣ, ਸਾਲ ਬਾਅਦ ਬੰਦ ਕਰ ਦੇਣ, ਬਹੁਤ ਵੱਡਾ ਬ੍ਰਾਂਡ ਨਾਲ IPO ਚਲੇ ਜਾਣ, ਦੈਟਸ ਅ ਡਿਫਰੈਂਟ ਸਟੋਰੀ। ਬਟ ਹਰ ਕਿਸੇ ਦੀ ਨਾ ਇੱਕ ਐਸਪੀਰੇਸ਼ਨ ਹੁੰਦੀ ਹੈ ਇੰਡੀਆ ਵਿੱਚ ਕਿ ਮੇਰਾ ਨਾ ਇੱਕ ਫੂਡ ਬ੍ਰਾਂਡ ਹੋਣਾ ਚਾਹੀਦਾ ਹੈ। ਜਿਵੇਂ ਫॉर ਐਗਜ਼ਾਮਪਲ ਮੈਂ ਤੁਹਾਨੂੰ ਬੜਾ ਇੱਕ ਛੋਟਾ ਜਿਹਾ ਐਗਜ਼ਾਮਪਲ ਦੱਸਾਂ, ਜਿੰਨੇ ਵੀ ਕਾਰਪੋਰੇਟ ਟਾਵਰਸ ਹੈਗੇ ਨੇ ਉਹਨਾਂ ਦੇ ਬਾਹਰ ਨਾ ਜਿਹੜੀ ਚਾਹ ਵਾਲੀ ਰੇਹੜੀ ਹੁੰਦੀ ਹੈ ਨਾ, ਹਮੇਸ਼ਾ ਇੱਕ IT ਵਾਲਾ ਬੰਦਾ ਹੈ, ਉਹ ਚਾਹ ਵਾਲੇ ਦੀ ਨਾ ਇਨਕਮ ਹਮੇਸ਼ਾ ਕਾਊਂਟ ਕਰਦਾ ਰਹਿੰਦਾ ਹੈ ਕਿ ਯਾਰ ਇਹ ਬੰਦਾ ਕਿੰਨਾ ਕਮਾ ਰਿਹਾ ਹੈ। ਇਹਦੇ ਕੋਲ ਹਮੇਸ਼ਾ ਜਦ ਜਾਓ 5-10 ਮਿੰਟ ਦੀ ਵੇਟਿੰਗ ਹੁੰਦੀ ਹੈ। ਬਟ ਨਾ ਐਟ ਐਂਡ ਆਫ ਦਾ ਡੇ ਖਰਚੇ ਕਿੰਨੇ ਹੈਗੇ ਨੇ, ਬਿਕੋਜ਼ ਸੇਲ ਤੁਹਾਨੂੰ ਵਿਖ ਰਹੀ ਹੈ, ਤੁਹਾਨੂੰ ਉਹਦੇ ਨਾ ਪ੍ਰੋਫਿਟ ਆਰਸ ਵਿਖ ਰਹੇ ਨੇ। ਸੋ ਫॉर ਐਗਜ਼ਾਮਪਲ ਜੇ ਕੋਈ ਇੱਕ IT ਬੈਕਗਰਾਊਂਡ ਵਾਲੇ ਹੈਗੇ ਨੇ, ਉਹਨਾਂ ਦਾ ਕੋਈ ਲੰਚ ਬ੍ਰੇਕ ਹੋਇਆ ਹੈ, ਉਹ ਲੰਚ ਬ੍ਰੇਕ ਵਿੱਚ 1 ਘੰਟੇ ਵਿੱਚ ਤੁਹਾਨੂੰ ਉਹਦੇ ਬਾਹਰ ਲਾਈਨ ਤੇ ਵਿਕ ਜਾਏਗੀ। ਬਟ ਜਿਹੜਾ ਬੰਦਾ ਸਵੇਰ ਤੋਂ ਲੈ ਕੇ ਰਾਤ ਤੱਕ ਉੱਧਰ 12 ਘੰਟੇ ਆਪਣਾ ਸਟਾਲ ਚਲਾ ਰਿਹਾ ਹੈ, 12 ਦੇ 12 ਘੰਟੇ ਤੇ ਉਹਦੇ ਕੋਲ ਰਸ਼ ਨਹੀਂ ਹੋਏਗਾ ਨਾ। ਐਕਚੁਅਲੀ ਉਹ ਬਾਈ ਚਾਂਸ ਵਾਲੀ ਗੱਲ ਹੈ, ਅਸੀਂ ਜਾਂਦੇ ਹੀ ਹਮੇਸ਼ਾ ਉਹ ਰਸ਼ ਆਵਰਸ ਵਿੱਚ ਹੈਗੇ ਆ ਤੇ ਸਾਨੂੰ ਟਾਈਮ ਹੋਏਗਾ ਜੀ, ਚਾਹ ਦਾ ਫਿਕਸ ਟਾਈਮ ਹੁੰਦਾ ਹੈ ਜ਼ਿਆਦਾਤਰ, ਲੰਚ ਟਾਈਮ ਫਿਕਸ। ਐਗਜ਼ੈਕਟਲੀ NG ਹੋਇਆ ਬ੍ਰੇਕਫਾਸਟ ਵਾਲਿਆਂ ਦੇ ਆਊਟਲੈਟ, ਲੰਚ ਵਾਲਿਆਂ ਦੇ ਆਊਟਲੈਟ, ਡਿਨਰ ਵਾਲਿਆਂ ਦੇ ਆਊਟਲੈਟ। ਤੇ ਉੱਧਰ ਨਾ ਇੱਕ ਬੜੀ ਇੰਪੋਰਟੈਂਟ ਨੀਡ ਹੁੰਦੀ ਹੈ, ਜਿਵੇਂ ਫॉर ਐਗਜ਼ਾਮਪਲ ਤੁਹਾਡਾ ਹਾਰਡ ਅਰਨਡ ਮਨੀ ਹੈਗਾ ਜੀ, ਤੁਸੀਂ F&B ਬਿਜ਼ਨਸ ਓਪਨ ਕਰਨਾ ਹੈ ਤੇ ਤੁਸੀਂ ਲੈਟਸ ਸੇ ਜੇ ਕੁਝ F&B ਬਿਜ਼ਨਸ ਵਿੱਚ ਐਂਟਰ ਕਰਨਾ ਚਾਹੋਗੇ, ਜਨਰਲੀ 2-3 ਆਪਸ਼ਨਸ ਹੁੰਦੇ ਨੇ। ਤੇ ਫॉर ਐਗਜ਼ਾਮਪਲ ਜਾਂ ਤਾਂ ਤੁਸੀਂ ਕਿਸੇ ਐਗਜ਼ਿਸਟਿੰਗ ਬ੍ਰਾਂਡ ਦੀ ਫਰੈਂਚਾਈਜ਼ੀ ਲਓਗੇ, ਤੁਸੀਂ ਆਪਣਾ ਬ੍ਰਾਂਡ ਸ਼ੁਰੂ ਕਰੋਗੇ, ਤੁਸੀਂ ਆਪਣਾ ਕੋਈ ਨਵਾਂ ਪ੍ਰੋਡਕਟ ਲਿਆਓਗੇ ਮਾਰਕੀਟ ਵਿੱਚ। ਤੇ ਇਹਦੇ ਵਿੱਚ ਨਾ ਤੁਹਾਨੂੰ ਸਹੀ ਗਾਈਡੈਂਸ ਮਿਲਣੀ ਚਾਹੀਦੀ ਹੈ। ਅਲਟੀਮੇਟਲੀ ਤੁਸੀਂ ਜੋ ਵੀ ਪੈਸਾ ਪਾ ਰਹੇ ਹੋ, ਦੈਟ ਇਜ਼ ਯੋਰ ਹਾਰਡ ਐਂਡ ਮਨੀ, ਚਾਹੇ ਉਹ 10 ਲੱਖ ਹੋਏ, 1 ਕਰੋੜ ਹੋਏ, ਵਾਟ ਐਵਰ ਇਜ਼ ਦਾ। ਤੇ that is the place where we come into the picture। ਤੇ ਅਸੀਂ ਨਾ ਤੁਹਾਨੂੰ ਗਾਈਡ ਕਰਦੇ ਹਾਂ ਕਿ ਤੁਹਾਨੂੰ ਕੀ ਸਟਾਰਟ ਕਰਨਾ ਚਾਹੀਦਾ ਹੈ, ਵਾਟ ਇਜ਼ ਯੋਰ ਬਜਟ, ਤੁਹਾਡਾ ਬਜਟ ਕੀ ਹੈਗਾ ਹੈ, ਤੁਸੀਂ ਕਿੰਨਾ ਟਾਈਮ ਦੇ ਪਾਓਗੇ ਆਪਣੇ ਵੈਂਚਰ ਤੇ ਤੁਹਾਨੂੰ ਕੋਈ ਮੈਨੇਜਰ ਆਪਰੇਟਡ ਸਿਸਟਮ ਚਾਹੀਦਾ ਹੈ ਜਾਂ ਤੁਸੀਂ ਖੁਦ ਆਪਰੇਟ ਕਰੋਗੇ ਉਹਦੇ ਬਹਿ ਕੇ। ਨੰਬਰ ਆਫ ਕੁਐਸਚਨਸ ਆਰ ਦੇਅਰ। ਉਹਦੇ ਬੇਸਿਸ ਤੇ ਅਸੀਂ ਨਾ ਤੁਹਾਨੂੰ ਸੁਜੈਸਟ ਕਰਦੇ ਹਾਂ ਕਿ ਤੁਹਾਨੂੰ ਫੂਡ ਬਿਜ਼ਨਸ ਵਿੱਚ ਐਂਟਰ ਕਰਨਾ ਹੈ ਤੇ ਤੁਹਾਨੂੰ ਕਿਵੇਂ ਐਂਟਰ ਕਰਨਾ ਚਾਹੀਦਾ ਹੈ ਮਾਰਕੀਟ ਵਿੱਚ। ਤੇ ਸਾਡੀ ਕੰਪਨੀ CYK ਹਸਪਿਟੈਲਿਟੀਜ਼, ਅਸੀਂ ਐਂਡ ਟੂ ਐਂਡ F&B ਕੰਸਲਟੈਂਟ ਹੈਗੇ ਆ। ਜੇ ਤੁਸੀਂ ਫੂਡ ਬਿਜ਼ਨਸ ਵਿੱਚ ਆਉਣਾ ਹੈ ਤਾਂ ਤੁਹਾਨੂੰ ਫਰੈਂਚਾਈਜ਼ੀ ਲੈਣੀ ਚਾਹੀਦੀ ਹੈ, ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੀਦਾ ਹੈ। ਤੁਸੀਂ ਉਹਦੀ ਬ੍ਰਾਂਡਿੰਗ ਕਿਵੇਂ ਕਰੋਗੇ, ਮਾਰਕੀਟਿੰਗ ਕਿਵੇਂ ਕਰੋਗੇ, ਕਿਹੜੀ ਪ੍ਰੋਪਰਟੀ ਲੱਭੋਗੇ, ਉੱਧਰ ਤੁਹਾਨੂੰ ਸ਼ੈਫ ਕਿਵੇਂ ਮਿਲਣਗੇ, ਕੀ ਮੈਨਿਊ ਰੱਖਣਾ ਹੈ, ਅਸੀਂ ਐਂਡ ਟੂ ਐਂਡ ਤੁਹਾਨੂੰ ਕੰਸਲਟਿੰਗ ਕਰਕੇ ਦਿੰਦੇ ਹਾਂ। ਤੇ ਮੈਂ ਤੇ ਮੇਰੇ ਪਾਰਟਨਰ ਪੁਲਕਿਤ ਇਹਦੇ ਵਿੱਚ ਇਨਵੋਲਵ ਹੈਗੇ ਨੇ ਤੇ ਅਸੀਂ ਟੱਚਵੁੱਡ ਅੱਜ ਦੀ ਡੇਟ ਵਿੱਚ ਬੜੇ ਸਾਰੇ ਲੋਕਾਂ ਦੇ ਬ੍ਰਾਂਡ ਸੈਟਅਪ ਕੀਤੇ ਨੇ, ਬੜੇ ਸਾਰੇ ਬ੍ਰਾਂਡਸ ਨੂੰ ਐਕਸਪੈਂਡ ਕੀਤਾ ਹੈ ਇੰਡੀਆ ਲੈਵਲ ਤੇ, ਗਲੋਬਲ ਲੈਵਲ ਤੇ। ਬਾਬਾ ਜੀ ਦੇ ਬਸ ਮਿਹਰ ਹੈਗੀ, ਅਸੀਂ ਚੰਗਾ ਕਰ ਰਹੇ ਹਾਂ ਮਾਰਕੀਟ ਵਿੱਚ। ਪਰ ਅੱਜ ਦਾ ਕੀ ਵੈਸੇ ਮੈਨੂੰ ਲੱਗਦਾ ਕਿਸੇ ਵੀ ਚੀਜ਼ ਦੀ ਮਾਰਕੀਟਿੰਗ ਔਰ ਬ੍ਰਾਂਡਿੰਗ ਸਭ ਤੋਂ ਪਹਿਲਾ ਸਟੈਪ ਹੁੰਦਾ ਹੈ ਉਹਨੂੰ ਸਟੈਬਲਿਸ਼ ਕਰਨ ਵਾਸਤੇ, ਤੇ ਤੁਸੀਂ ਉਹ 'ਚ ਹੈਲਪ ਕਰਦੇ ਹੋ ਜਿੰਨਾ ਮੈਂ ਸਮਝੀ। ਜੀ ਮੈਮ ਦੇਖੋ, ਸਭ ਤੋਂ ਪਹਿਲਾਂ ਨਾ ਮਤਲਬ 60% ਆਫ ਦਾ ਗੇਮ ਪਲੇਜ਼ ਦਾ ਲੋਕੇਸ਼ਨ। ਤੁਸੀਂ ਫॉर ਐਗਜ਼ਾਮਪਲ ਕਿਸੇ ਬ੍ਰਾਂਡ ਦੀ ਫਰੈਂਚਾਈਜ਼ੀ ਲੈਣੀ ਹੈ, ਕਿਸ ਲੋਕੇਸ਼ਨ ਤੇ ਤੁਸੀਂ ਖੋਲ ਰਹੇ ਹੋ, 60% ਗੇਮ ਉਧਰ ਖਤਮ ਹੋ ਜਾਂਦਾ ਹੈ।
ਉਸ ਤੋਂ ਬਾਅਦ ਜੇ ਤੁਸੀਂ ਆਪਣਾ ਬ੍ਰਾਂਡ ਸ਼ੁਰੂ ਕਰਨਾ ਹੈ ਤੇ ਤੁਸੀਂ ਵੇਚਣਾ ਕੀ ਹੈ। ਫੋਰ ਐਗਜ਼ਾਮਪਲ ਤੁਸੀਂ 버ਗਰ ਵੇਚਣੇ ਨੇ, 버ਗਰ ਵੇਚਣ ਵਾਲੇ ਮਾਰਕੀਟ ਵਿੱਚ 10,000 ਬ੍ਰਾਂਡਸ ਹੋਣਗੇ ਘੱਟ ਤੋਂ ਘੱਟ। ਹਾਊ ਯੋਰ 버ਗਰ ਵਿਲ ਬੀ ਡਿਫਰੈਂਟ ਫਰਮ ਅਦਰਸ ਸੈਲਿੰਗ ਇਨ ਦ ਮਾਰਕੀਟ, ਦੈਟ ਇਜ਼ ਵੇਅਰ ਵੀ ਕਮ ਇਨਟੂ ਦ ਪਿਕਚਰ। ਅਸੀਂ ਤੁਹਾਨੂੰ ਗਾਈਡ ਕਰਦੇ ਹਾਂ ਜੀ, ਤੁਹਾਡਾ 버ਗਰ ਇੰਜ ਡਿਫਰੈਂਟ ਹੋਏਗਾ, ਤੁਹਾਡੇ 버ਗਰ ਦੀ ਇੰਜ ਬ੍ਰਾਂਡਿੰਗ ਹੋਏਗੀ, ਤੁਹਾਡੇ 버ਗਰ ਦੀ ਇੰਜ ਮਾਰਕੀਟਿੰਗ ਹੋਏਗੀ ਤੇ ਇੰਜ ਉਹਦੀ PR ਹੋਏਗੀ। ਸੋ ਦਿਸ ਵਿਲ ਬੀ ਦ ਵੇ। ਜਿੱਦਾਂ ਤੁਸੀਂ ਇੱਕ ਆਊਟਲੈਟ ਖੋਲੋ, ਉਹਨੂੰ ਅਸੀਂ 1 ਤੋਂ 2 ਕਰਾਂਗੇ, 2 ਤੋਂ 3 ਕਰਾਂਗੇ, ਫਿਰ 3 ਤੋਂ ਸਿੱਧਾ ਮਲਟੀਪਲਾਈ ਕਰਾਂਗੇ। ਇਨੀਸ਼ੀਅਲੀ ਤੇ ਪਲੱਸ ਹੋਏਗਾ, ਫਿਰ ਮਲਟੀਪਲਾਈ ਹੋਏਗਾ ਸਿੱਧਾ, ਉਹ 3 ਤੋਂ ਸਿੱਧਾ 10 ਹੋਣਗੇ, 10 ਤੋਂ ਸਿੱਧਾ 20 ਹੋਣਗੇ ਜੀ। ਸੋ ਦੈਟ ਇਜ਼, ਉਹ ਅਸੀਂ ਪੂਰੀ ਗਾਈਡੈਂਸ ਦਿੰਦੇ ਹਾਂ ਜੀ। ਪਰ ਇਹ ਆਈਡੀਆ ਤੁਹਾਨੂੰ ਕਿੱਥੋਂ ਆਇਆ ਕਿ ਮੈਂ ਇਹ ਕੰਮ ਕਰਨਾ ਹੈ, ਕਿਵੇਂ ਆਇਆ? ਮੈਮ ਓਨੈਸਟਲੀ ਦ ਐਂਟਾਇਰ ਬ੍ਰੇਨ ਵਾਜ਼ ਮਾਈ ਪਾਰਟਨਰਸ ਬ੍ਰੇਨ ਪੁਲਕਿਤ। ਤੇ ਅਸੀਂ ਆਈ ਐਮ ਅ ਸਿਵਲ ਇੰਜੀਨੀਅਰ, ਹੀ ਇਜ਼ ਅ ਸੌਫਟਵੇਅਰ ਇੰਜੀਨੀਅਰ, ਓਕੇ ਰਾਈਟ। ਸੋ when we finished our degree, ਅਸੀਂ ਕੁਝ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਵੀ ਕੀਤੇ ਨੇ। then my partner started a food brand, ਅਸੀਂ ਉਹ ਬ੍ਰਾਂਡ ਨੂੰ ਰਨ ਕੀਤਾ, ਅਸੀਂ ਉਹਨੂੰ ਐਕਸਪੈਂਡ ਕੀਤਾ। then somehow we realized ਕਿ ਆਪਣਾ ਬ੍ਰਾਂਡ ਤੇ ਅਸੀਂ ਬਣਾ ਲਿਆ, ਚਲੋ ਹੁਣ ਦੂਜਿਆਂ ਦਾ ਵੀ ਬ੍ਰਾਂਡ ਬਣਾਉਂਦੇ ਹਾਂ, ਦੂਜਿਆਂ ਨੂੰ ਵੀ ਹੈਲਪ ਕਰਦੇ ਹਾਂ ਮਾਰਕੀਟ ਵਿੱਚ। ਬਿਕੋਜ਼ ਐਟ ਦੈਟ ਪੁਆਇੰਟ ਆਫ ਟਾਈਮ ਆਲਸੋ ਜਦ ਅਸੀਂ ਆਪਣਾ ਬ੍ਰਾਂਡ ਬਣਾ ਰਹੇ ਸੀ, ਸਾਨੂੰ ਕੋਈ ਕੰਸਲਟਿੰਗ ਸਪੋਰਟ ਨਹੀਂ ਸੀਗਾ। ਤੇ ਦੈਟ ਇਜ਼ ਵਾਈ ਵੀ ਥੋਟ ਕਿ ਹੁਣ ਜਿਹੜੇ ਨਵੇਂ ਐਂਟਰਪ੍ਰੀਨਿਓਰਸ ਆ ਰਹੇ ਨੇ ਮਾਰਕੀਟ ਵਿੱਚ, ਉਹਨਾਂ ਦੇ ਬ੍ਰਾਂਡ ਕਿਵੇਂ ਚੰਗੇ ਬਣ ਸਕਦੇ ਨੇ, ਲੈਟਸ ਡੂ ਦੈਟ ਕੰਸਲਟਿੰਗ। ਤੇ ਫੋਰਚੂਨੇਟਲੀ ਵੀ ਆਰ देयर ਇਨ ਦ ਇੰਡਸਟਰੀ ਫਰਮ ਲਾਸਟ ਆਲਮੋਸਟ 8-9 ਇਅਰਸ, ਤੇ ਚੰਗੀ ਤਰ੍ਹਾਂ ਸਰਵ ਕਰ ਰਹੇ ਹਾਂ। ਸਾਡੇ ਕਲਾਇੰਟਸ ਹੈਪੀ ਨੇ, ਵੀ ਹੈਵ ਔਨ ਆਰ ਵੈਬਸਾਈਟ ਵੀ ਹੈਵ देयर ਸਕਸੈਸ ਸਟੋਰੀਜ਼, ਤੇ ਟੱਚਵੁੱਡ ਮਾਰਕੀਟ ਵਿੱਚ ਚੰਗਾ ਕਰ ਰਹੇ ਹਾਂ। ਤੁਹਾਡੇ ਹਿਸਾਬ ਨਾਲ, ਤੁਹਾਡੇ ਮਤਲਬ ਤੁਹਾਡੀ ਸੋਚ ਦੇ ਮੁਤਾਬਿਕ what is entrepreneurship? Entrepreneurship, honestly speaking, is the belief in yourself. If you have the belief in yourself, if you have the courage to execute your vision, execute your project, जो भी ਤੁਹਾਡੇ ਦਿਮਾਗ ਵਿੱਚ ਹੈਗਾ ਹੈ, that is entrepreneurship. How you execute it properly. So that is, according to me, is all about entrepreneurship, ਕਿ ਤੁਹਾਡੇ ਦਿਮਾਗ ਵਿੱਚ ਜੋ ਵੀ vision ਹੈਗਾ ਹੈ, ਤੁਸੀਂ ਉਹਨੂੰ ਕਿਵੇਂ ਐਗਜ਼ੀਕਿਊਟ ਕਰਦੇ ਹੋ। ਇੱਕ ਬੰਦਾ ਹੁੰਦਾ ਜਿਹੜਾ ਨਾ ਸਾਡੇ ਕੋਲ ਆਉਂਦਾ ਹੈ, ਉਹ ਕਹਿੰਦਾ ਜੀ ਮੇਰੇ ਕੋਲ ਨਾ ਇੰਨਾ ਪੈਸਾ ਹੈਗਾ ਹੈ, ਮੈਨੂੰ ਕੋਈ ਬ੍ਰਾਂਡ ਸ਼ੁਰੂ ਕਰਾ ਦਿਓ। ਉਹਦਾ ਵਿਜ਼ਨ ਹੈ ਕਿ ਮੇਰਾ ਫੂਡ ਬ੍ਰਾਂਡ ਹੋਣਾ ਚਾਹੀਦਾ ਹੈ, ਬਸ ਦੈਟਸ ਇਟ। ਇੱਕ ਬੰਦਾ ਹੈ ਜਿਹੜਾ ਸਾਡੇ ਕੋਲ ਆਉਂਦਾ ਹੈ ਪੂਰਾ ਪਲਾਨ ਲੈ ਕੇ, ਮੈਂ ਫੋਰ ਐਗਜ਼ਾਮਪਲ ਸੋਇਆ ਚਾਪ ਵੇਚਾਂਗਾ ਜੀ, ਮੈਂ ਉਹਨੂੰ ਇੰਜ ਐਕਸਪੈਂਡ ਕਰਾਂਗਾ, ਮੈਂ ਉਹਦਾ ਇੰਨੇ ਆਊਟਲੈਟਸ ਖੋਲਾਂਗਾ, ਇੰਨੀ ਫਰੈਂਚਾਈਜ਼ਿੰਗ ਕਰਾਂਗਾ। ਸੋ ਦੈਟ ਇਜ਼ ਦ ਵਿਜ਼ਨ, that is entrepreneurship. ਉਹਦੇ ਤੁਹਾਡੇ ਪਾਪਾ ਵੀ ਪੈਸੇ ਲੈ ਕੇ ਭੇਜ ਦੇਣਗੇ, ਜਾ ਬਈ ਜਾ ਕੇ ਇੱਕ ਫੂਡ ਆਊਟਲੈਟ ਖੋਲਿਆ, ਬਟ ਉਹ ਵਿਜ਼ਨ ਨਹੀਂ ਆਇਆ ਨਾ। ਉਹ ਤਾਂ ਬਸ ਇਹ ਹੈ ਕਿ ਬਈ ਵਿਹਲਾ ਬੈਠਾ ਹੈ, ਚੱਲ ਜਾ ਕੇ ਕੁਝ ਕੰਮ ਕਰ ਲੈ, ਕੁਛ ਨਾ ਕੁਛ ਕੰਮ ਕਰ ਲੈ। ਮਤਲਬ ਤੁਹਾਡਾ ਮਤਲਬ ਹੈ, ਜਿੰਨਾ ਮੈਂ ਸਮਝ ਪਾ ਰਹੀ, ਇੱਕ ਵਿਜ਼ਨ ਬੜਾ ਇੰਪੋਰਟੈਂਟ ਹੈ, ਚਾਹੇ ਤੁਸੀਂ ਕਿਸੇ ਵੀ ਪੁਆਇੰਟ ਤੋਂ ਸ਼ੁਰੂਆਤ ਕਰਦੇ ਹੋ। ਬਿਲਕੁਲ ਜੀ, ਬਿਲਕੁਲ ਜੀ। ਵਿਜ਼ਨ ਇਜ਼ ਵੈਰੀ ਇੰਪੋਰਟੈਂਟ ਇਨ ਯੋਰ ਲਾਈਫ, ਐਂਡ ਦੈਟ ਡਾਇਰੈਕਟਸ ਯੋਰ ਗੋਲ ਆਲਸੋ ਨਾ। ਯੂ ਸ਼ੁਡ ਹੈਵ ਅ ਗੋਲ, ਯੂ ਸ਼ੁਡ ਹੈਵ ਅ ਗੋਲ ਇਨ ਯੋਰ ਲਾਈਫ ਜਿਹਨੂੰ ਤੁਸੀਂ ਫੋਲੋ ਕਰ ਰਹੇ ਹੋ। ਉਹ ਪਾਪਾ ਦੇ ਭਰੋਸੇ ਥੋੜੀ ਚੱਲਣਾ ਹੈ। ਹਾਂ, ਤੇ ਤੁਹਾਡੇ ਮੁਤਾਬਿਕ ਫਿਰ ਤੁਹਾਡਾ ਸਕਸੈਸ ਦਾ ਫਾਰਮੂਲਾ ਕੀ ਹੋਣਾ ਚਾਹੀਦਾ ਹੈ? ਮੈਮ, ਸਕਸੈਸ ਦਾ ਫਾਰਮੂਲਾ ਹੋਣਾ ਚਾਹੀਦਾ ਹੈ ਕਿ ਯੂ ਸ਼ੁਡ ਬੀ ਵੈਰੀ ਮਚ ਕਲੀਅਰ ਇਨ ਯੋਰ ਗੋਲ। ਜੇ ਲੈਟਸ ਸੇ ਤੁਸੀਂ ਗੋਲ ਵਿੱਚ ਆਪਣੇ ਕਲੀਅਰ ਨਹੀਂ ਹੋ, ਯੂ ਸ਼ੁਡ ਹੈਵ ਗੁੱਡ ਐਡਵਾਈਸ ਫਰਮ ਦ ਮਾਰਕੀਟ, ਜਿਹਨੂੰ ਫੋਲੋ ਕਰਕੇ ਤੁਸੀਂ ਆਪਣੇ ਗੋਲ ਨੂੰ ਬਹੁਤ ਚੰਗੀ ਤਰ੍ਹਾਂ ਐਗਜ਼ੀਕਿਊਟ ਕਰ ਸਕੋ। ਯੂ ਸ਼ੁਡ ਹੈਵ ਕੌਨਫੀਡੈਂਸ ਇਨ ਯੋਰ ਸੈਲਫ, your family should have confidence in yourself, because see, food business या कोई भी business ना पहले दिन तो success तो नहीं दे सकता। Sometimes it takes years, sometimes it takes months. Exactly. There might be a case कि शायद तुसी 1-2 हफ्ते तो थोड़ी जी success आनी शुरू हो जाए, but generally it is not at all a case. तो ਤੁਹਾਡੀ family ਦਾ ਨਾ support ਹੋਣਾ ਚਾਹੀਦਾ ਹੈ। Support not only in terms of financial support, physical support, mental support, सब होना चाहिए है। यानी सक्सेस इज नॉट इंस्टेंट फूड, नथिंग, बिल्कुल भी नहीं। बट फूड इज इंस्टेंट है। एग्जैक्टली, है ना? एग्जैक्टली, बिल्कुल जी। ਅੱਜ ਤੋਂ 9 ਸਾਲ ਪਹਿਲਾਂ ਤੁਸੀਂ ਦੱਸਿਆ ਮੈਨੂੰ ਸ਼ੁਰੂ ਕੀਤਾ ਤੁਸੀਂ 9 ਸਾਲ ਪਹਿਲੇ ਸਿਮਰਨਜੀਤ ਸਿੰਘ ਜੀ ਕੀ ਸੀ ਤੇ 9 ਸਾਲ ਬਾਅਦ ਅੱਜ ਕੀ ਹੈ,
ਤੇ ਉਸ ਤੋਂ ਬਾਅਦ ਅੱਗੇ ਦਾ ਟਾਰਗੇਟ ਕੀ ਹੈ ਤੁਹਾਡਾ? ਮੈਮ 9 ਸਾਲ ਬਾਅਦ ਮੈਂ ਇੰਜ ਸੀਗਾ, ਘਰ ਵਾਲਿਆਂ ਨੇ ਬੋਲਿਆ ਇੰਜੀਨੀਅਰਿੰਗ ਕਰ ਲਓ, ਕਰ ਲਈ। ਫਿਰ ਦਿਨ ਘਰ ਵਾਲਿਆਂ ਨੇ ਬੋਲਿਆ ਕਿ ਅੱਛਾ ਚਲੋ ਇਹ ਜੌਬ ਲੱਗ ਗਏ, ਸੌਰੀ ਕਾਲਜ ਵਾਲਿਆਂ ਨੇ ਬੋਲਿਆ ਇਹ ਚੰਗੀ ਕੰਪਨੀ ਹੈਗੀ ਹੈ, ਇਹਦੇ ਵਿੱਚ ਪਲੇਸਮੈਂਟ ਵਾਸਤੇ ਬਹਿ ਜਾਓ, ਨੌਕਰੀ ਲੱਗ ਗਈ। ਕੰਪਨੀ ਵਿੱਚ ਗਏ, ਕੰਪਨੀ ਵਾਲਿਆਂ ਨੇ ਬੋਲਿਆ ਇਹ XYZ ਕੰਮ ਕਰ ਲਓ, ਅਸੀਂ ਕਰ ਲਿਆ। 9 ਸਾਲ ਬਾਅਦ ਵੀ ਮਤਲਬ 9 ਸਾਲ ਪਹਿਲੇ ਗੋਲ ਵਾਜ਼ ਨਾਟ ਡਾਇਰੈਕਟਡ, ਜੋ ਵੀ ਕੰਮ ਸਾਹਮਣੇ ਐਡਵਾਈਸ ਕੀਤਾ ਜਾ ਰਿਹਾ ਸੀ ਅਸੀਂ ਉਹ ਕਰ ਰਹੇ ਸੀ। 9 ਸਾਲ ਬਾਅਦ ਵੀ ਸੈਟ ਆਰ ਗੋਲ ਬਾय आवरसेल्फ। मैं अपना गोल अपने आप बनाना, मैं अपनी डायरेक्शन अपने आप सेट करदा, अपने टारगेट्स खुद सेट करदा। So I have my life is very much directive now. So that is the difference. तो फ्यूचर प्लानिंग्स की ने आज तो 10 साल बाद ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ? मैम मैं तो मेरे पार्टनर ना ਅਸੀਂ honestly बड़े permutation combinations करते रहते हैं। Honestly we are never satisfied. Good. ਤੇ which is a good thing also, which is a bad thing also। ਤੇ ਅਸੀਂ ਨਾ ਵੀ ਕੀਪ ਔਨ ਐਕਸਪੈਰੀਮੈਂਟਿੰਗ। ਤੇ ਲੈਟਸ ਸੇ ਜੇ ਇਸ ਟਾਈਮ ਸਾਡੀ ਕੰਪਨੀ ਵਿੱਚ 4 ਜਾਂ 5 ਵੈਂਚਰਸ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਐਗਜ਼ੀਕਿਊਟ ਕਰ ਰਹੇ ਹਾਂ, ਵੀ ਕੀਪ ਔਨ ਐਡਿੰਗ them, we don't delete them, we keep on adding them। ਤੇ ਲੈਟਸ ਸੇ ਐਡ ਕਰਕੇ ਕੁਝ ਤੇ ਰੈਵਨਿਊ ਆਏਗਾ ਨਾ, ਡਿਲੀਟ ਕਰਕੇ ਤੇ ਜੋ ਵੀ ਆ ਰਿਹਾ ਸੀ ਉਹ ਮਾਈਨਸ ਹੀ ਹੋਇਆ ਨਾ। ਤੇ ਵੀ ਕੀਪ ਔਨ ਐਡਿੰਗ ਸਮਥਿੰਗ ਔਰ ਦਾ ਐਲਸ। ਅਸੀਂ ਨਵੇਂ ਵੈਂਚਰਸ ਆਪਣੀ ਕੰਸਲਟਿੰਗ ਫਰਮ ਵਿੱਚ ਐਡ ਕਰਦੇ ਰਹਿੰਦੇ ਹਾਂ। ਅਸੀਂ ਜਿਹੜੇ ਐਗਜ਼ਿਸਟਿੰਗ ਸਾਡੇ ਕਲਾਇੰਟਸ ਹੈਗੇ ਨੇ, ਜਿਹੜੇ ਨਵੇਂ ਬੰਦੇ ਆ ਰਹੇ ਨੇ, ਉਹਨਾਂ ਨਾਲ ਪਾਰਟਨਰਸ਼ਿਪਸ ਕਰਦੇ ਰਹਿੰਦੇ ਹਾਂ। ਅਸੀਂ ਆਪਣੇ ਨਵੇਂ ਵੈਂਚਰਸ ਲਿਆਉਣ ਵਾਸਤੇ ਕੁਝ ਨਾ ਕੁਝ, ਸਾਡੀ ਕਿਚਨ ਹੈਗੀ ਹੈ, ਇੱਕ R&D ਕਿਚਨ ਹੈਗੀ ਹੈ, ਅਸੀਂ ਉੱਧਰ ਕੁਝ ਨਾ ਕੁਝ ਐਕਸਪੈਰੀਮੈਂਟਸ ਕਰਦੇ ਰਹਿੰਦੇ ਹਾਂ ਕਿ ਅਸੀਂ ਕੀ ਪ੍ਰੋਡਕਟ ਹੋਰ ਨਵਾਂ ਬਣਾ ਸਕਦੇ ਹਾਂ। ਸੋ ਦਾ ਹੋਲ ਆਈਡੀਆ ਇਜ਼ ਅਸੀਂ ਇੱਕ ਇਹੋ ਜਿਹਾ ਪਲੇਟਫਾਰਮ ਬਣਾਉਣਾ ਚਾਹੁੰਦੇ ਹਾਂ ਫੂਡ ਇੰਡਸਟਰੀ ਦਾ, ਦੈਟ ਯੂ ਨੇਮ ਅ ਥਿੰਗ। ਤੁਹਾਨੂੰ ਆਪਣਾ ਰੈਸਟੋਰੈਂਟ ਸਟਾਰਟ ਕਰਨਾ ਹੈ, ਤੁਸੀਂ ਐਗਜ਼ਿਸਟਿੰਗ ਰੈਸਟੋਰੈਂਟ ਹੋ, ਤੁਹਾਡੇ 100 ਆਊਟਲੈਟਸ ਨੇ, ਤੁਹਾਡੇ 500 ਆਊਟਲੈਟਸ ਨੇ, whatever you say a thing and that should be available in our company, that should be available on our website। we want to make our company in that particular format। ਤੇ ਉਹ ਵਿਜ਼ਨ ਹੈ, ਅਸੀਂ ਉਧਰ ਉਸ ਵਿਜ਼ਨ ਨੂੰ ਰੱਖ ਕੇ ਕੰਮ ਕਰ ਰਹੇ ਹਾਂ। ਯਾਨੀ ਤੁਹਾਡੇ ਕੋਲ ਜੋ ਵੀ ਲੋਕ ਆਉਂਦੇ ਆ ਤੁਸੀਂ ਬੇਸਿਕਲੀ ਬ੍ਰਾਂਡਿੰਗ ਕਰਦੇ ਹੋ? ਜੀ ਮੈਮ। ਤੇ ਕੁਝ ਐਸਾ ਕਿਸ ਤਰ੍ਹਾਂ ਦੇ ਲੋਕ ਆਉਂਦੇ ਨੇ, ਮਤਲਬ ਕੁਝ ਐਕਸਪੀਰੀਅੰਸ ਸ਼ੇਅਰ ਕਰੋਗੇ? ਸ਼ੋਰ ਮੈਮ। ਤੇ ਬੇਸਿਕਲੀ ਹੁਣ ਜਿਵੇਂ ਤੁਸੀਂ ਟੌਪ ਨੌਚ ਬ੍ਰਾਂਡਸ ਫੜ ਲਓ, ਫੋਰ ਐਗਜ਼ਾਮਪਲ ਸਟਾਰਬਕਸ, ਬਰਗਰ ਕਿੰਗ, KFC। ਅਸੀਂ ਇਹਨਾਂ ਦਾ ਐਕਸਪੈਂਸ਼ਨ ਵੇਖਦੇ ਹਾਂ। obviously ਇਹ ਬ੍ਰਾਂਡ ਸਾਰਿਆਂ ਨੇ ਸੁਣੇ ਹੁੰਦੇ ਨੇ। ਤੇ ਫਰਸਟ ਸੈਗਮੈਂਟ ਨਾਲ ਕੰਪਨੀਜ਼ ਲੀਜ਼ਿੰਗ, ਜਿੱਥੇ ਅਸੀਂ ਇਹ ਵੱਡੇ ਬ੍ਰਾਂਡਸ ਦੀ ਪੈਨ ਇੰਡੀਆ ਲੈਵਲ ਤੇ ਐਕਸਪੈਂਸ਼ਨ ਵੇਖਦੇ ਹਾਂ। ਜਿੱਥੇ ਵੀ ਉਹਨਾਂ ਨੇ ਆਪਣੇ ਆਊਟਲੈਟਸ ਓਪਨ ਕਰਨੇ ਨੇ, ਕਿੱਧਰ ਆਊਟਲੈਟ ਓਪਨ ਕਰਨਾ ਚਾਹੀਦਾ ਹੈ, ਕਿ ਕਿਹੜੀ ਪ੍ਰੋਪਰਟੀ ਹੋਣੀ ਚਾਹੀਦੀ ਹੈ, ਅਸੀਂ ਪ੍ਰੋਪਰ ਉਹਨਾਂ ਨੂੰ ਲੀਜ਼ਿੰਗ ਵਿੱਚ ਹੈਲਪ ਕਰਦੇ ਹਾਂ। ਸੈਕਿੰਡ ਸੈਗਮੈਂਟ ਇਜ਼ ਫਰੈਂਚਾਈਜ਼ਿੰਗ, ਜਿੱਥੇ ਕਿਸੇ ਵੀ ਬੰਦੇ ਨੇ ਜੇ ਫਰੈਂਚਾਈਜ਼ੀ ਲੈਣੀ ਹੈ ਅਸੀਂ ਉਹਨੂੰ ਹੈਲਪ ਕਰਦੇ ਹਾਂ। ਤੇ ਅਗੇਨ ਯੂ ਨੇਮ ਅ ਟੌਪ ਨੌਚ ਮਲਟੀਨੈਸ਼ਨਲ ਬ੍ਰਾਂਡ, ਯੂ ਨੇਮ ਅ ਟੌਪ ਨੌਚ ਇੰਡੀਅਨ ਬ੍ਰਾਂਡ, ਅਸੀਂ ਉਹਨਾਂ ਦੀ ਫਰੈਂਚਾਈਜ਼ਿੰਗ ਕਰ ਰਹੇ ਹਾਂ। ਤੇ ਫਰਸਟ ਸੈਗਮੈਂਟ ਹੋਇਆ ਲੀਜ਼ਿੰਗ, ਸੈਕਿੰਡ ਸੈਗਮੈਂਟ ਹੋਇਆ ਫਰੈਂਚਾਈਜ਼ਿੰਗ, ਥਰਡ ਸੈਗਮੈਂਟ ਹੋਇਆ ਕਨਸੈਪਚੁਅਲਾਈਜ਼ੇਸ਼ਨ, ਜਿੱਥੇ ਕਿਸੇ ਵੀ ਬੰਦੇ ਨੇ ਆਪਣਾ ਖੁਦ ਦਾ ਕਨਸੈਪਟ ਸ਼ੁਰੂ ਕਰਨਾ ਹੈ। ਥਰਡ ਸੈਗਮੈਂਟ ਇਜ਼ ਦੈਟ। ਫੋਰਥ ਸੈਗਮੈਂਟ ਇਜ਼ ਕੋਈ ਐਗਜ਼ਿਸਟਿੰਗ ਬ੍ਰਾਂਡ ਚਲਾ ਰਿਹਾ ਜਾਂ ਕੋਈ ਆਪਣਾ ਨਵਾਂ ਬ੍ਰਾਂਡ ਸ਼ੁਰੂ ਕਰ ਰਿਹਾ ਹੈ, ਉਹਨੂੰ ਲੋਗੋ ਡਿਜ਼ਾਈਨਿੰਗ, ਪੈਕੇਜਿੰਗ ਡਿਜ਼ਾਈਨਿੰਗ, ਉਹਨੂੰ ਡਿਜ਼ਾਈਨਿੰਗ ਸਪੋਰਟ ਚਾਹੀਦਾ ਸਾਡੇ ਕੋਲੋਂ। ਦੈਟ ਇਜ਼ ਅਦਰ ਸੈਗਮੈਂਟ। ਲਾਸਟ ਸੈਗਮੈਂਟ ਇਜ਼ ਕੋਈ ਐਗਜ਼ਿਸਟਿੰਗ ਬ੍ਰਾਂਡ ਹੈ, ਉਹਨੂੰ ਸੋਸ਼ਲ ਮੀਡੀਆ ਮਾਰਕੀਟਿੰਗ ਕਰਾਣੀ ਹੈ, ਅਸੀਂ ਸੋਸ਼ਲ ਮੀਡੀਆ ਮਾਰਕੀਟਿੰਗ ਵੀ ਕਰਦੇ ਹਾਂ। these are the key pillars in our company ਜਿਹੜੇ ਅਸੀਂ ਫੋਲੋ ਕਰਦੇ ਹਾਂ। ਠੀਕ ਹੈ। ਤੇ ਅੱਗੇ ਦੀ ਮਤਲਬ ਕਿਸ ਤਰ੍ਹਾਂ ਦੀ ਪਲੈਨਿੰਗ ਤੁਸੀਂ ਕੀਤੀ ਹੈ, ਅੱਗੇ ਕੀ ਕਰਨਾ ਚਾਹੁੰਦੇ ਹੋ ਹੁਣ ਅੱਗੇ? Ma'am, just to guide people in the right direction। Whosoever is coming in the industry, they should have a good vision। ਉਹਨੂੰ ਅਸੀਂ ਚੰਗੀ ਤਰ੍ਹਾਂ ਗਾਈਡ ਕਰੀਏ। That is our key motive। ਕਿ ਸਾਹਮਣੇ ਵਾਲੇ ਬੰਦੇ ਦੇ ਪੈਸੇ ਵੇਸਟ ਨਹੀਂ ਹੋਣੇ ਚਾਹੀਦੇ, ਨਾ ਸਾਡੇ ਥਰੂ ਨਾ ਉਹ ਆਪਣੇ ਆਪ। ਕਿਸੇ ਦਾ ਵੀ ਪੈਸਾ ਫालतू ਨਹੀਂ ਹੈਗਾ ਜੀ। ਪਰ ਤੁਹਾਡੇ ਕੋਲ ਜੋ ਵੀ ਕਲਾਇੰਟਸ ਆਉਂਦੇ ਹੋਣਗੇ, ਕਈ ਤਾਂ ਬਹੁਤ ਈਜ਼ੀਲੀ ਸਮਝ ਜਾਂਦੇ ਹੋਣਗੇ ਤੁਹਾਡੇ ਆਈਡੀਆ ਨੂੰ, ਪਰ ਕਈ ਸ਼ਾਇਦ ਬੜਾ ਮੁਸ਼ਕਿਲ ਹੁੰਦਾ ਹੋਏਗਾ ਉਹਨਾਂ ਨੂੰ ਸਮਝਾਉਣਾ, ਇਸ ਤਰ੍ਹਾਂ ਵੀ ਹੁੰਦਾ ਹੋਏਗਾ ਕੋਈ ਖਾਸ, ਤੇ ਉਸ ਤੋਂ ਫਿਰ ਕਿਵੇਂ ਟੈਕਲ ਕਰਦੇ ਹੋ ਤੁਸੀਂ? ਮੈਮ ਓਨੈਸਟਲੀ ਸਪੀਕਿੰਗ, ਦੇਖੋ ਹਰ ਚੀਜ਼ ਦੇ ਨਾ ਦੋ ਪਹਿਲੂ ਹੁੰਦੇ ਨੇ, ਜਾਂ ਤੇ ਯੈਸ ਜਾਂ ਨੋ। ਤੇ ਅਸੀਂ ਟਰਾਈ ਕਰ ਸਕਦੇ ਹਾਂ। ਅਸੀਂ ਮਤਲਬ ਸਾਡੇ ਕੋਲ ਇੱਕ ਤੋਂ ਇੱਕ ਵਧੀਆ ਬੰਦਾ ਹੈਗਾ ਹੈ ਹਰ ਸੈਗਮੈਂਟ ਨੂੰ ਟੈਕਲ ਕਰਨ ਵਾਸਤੇ। ਤੇ ਜਿਹੜਾ ਵੀ ਕਲਾਇੰਟ ਸਾਡੇ ਕੋਲ ਆ ਰਿਹਾ ਹੈ, ਅਸੀਂ ਉਹਨੂੰ ਚੰਗੀ ਤਰ੍ਹਾਂ ਸਾਰੀ ਨੌਲੇਜ ਟ੍ਰਾਂਸਫਰ
ਟ੍ਰਾਂਸਫਰ ਕਰ ਸਕਦੇ ਹਾਂ। ਸਾਡਾ ਕੰਮ ਹੈ ਨੌਲੇਜ ਟ੍ਰਾਂਸਫਰ ਕਰਨਾ। ਹੁਣ ਉਹ ਨੌਲੇਜ ਟ੍ਰਾਂਸਫਰ ਕਰਕੇ ਸਾਹਮਣੇ ਵਾਲਾ ਬੰਦਾ ਉਹਨੂੰ ਜਿਸ ਵੀ ਤਰੀਕੇ ਨਾਲ ਲੈ ਉਹ ਸਾਡੇ ਕੋਲੋਂ ਇਨਸਪੀਰੇਸ਼ਨ ਲੈ ਕੇ ਖੁਦ ਕੰਮ ਕਰ ਲੈ ਜਾਂ ਫਿਰ ਸਾਡੀ ਗੱਲਾਂ ਬਾਤਾਂ ਸਮਝ ਕੇ ਸਾਡੇ ਕੋਲੋਂ ਕੰਮ ਕਰਾ ਲੈ। ਅਸੀਂ ਆਪਣਾ ਬੈਸਟ ਦੇ ਸਕਦੇ ਹਾਂ, ਅੱਗੇ ਉਹਦੀ ਮਰਜ਼ੀ ਤੇ ਰੱਬ ਦੀ ਮਰਜ਼ੀ। ਪਰ ਲੇਕਿਨ ਕੰਸਲਟਿੰਗ ਦਾ ਕੰਮ ਐਸਾ ਹੁੰਦਾ ਹੈ ਕਿ ਸਮਟਾਈਮ ਕਿਸੇ ਨੂੰ ਸਮਝਾਉਣਾ ਬੜਾ ਆਸਾਨ ਹੁੰਦਾ ਹੈ, ਕਿਸੇ ਨੂੰ ਸਮਝਾਉਣਾ ਬੜਾ ਹੀ ਮੁਸ਼ਕਿਲ ਹੋ ਜਾਂਦਾ ਹੈ। ਐਗਰੀ ਵਿਦ ਦੈਟ ਮੈਮ। ਤੇ ਲੇਕਿਨ ਆਪਣੇ ਆਪ ਨੂੰ ਵੀ ਤਾਂ ਤੁਹਾਡਾ એનર્ਜੀ ਲੈਵਲ ਵੀ ਥੋੜਾ ਅਪ ਕਰਨਾ ਪੈਂਦਾ ਹੋਣਾ, ਉਹਦੇ ਵਾਸਤੇ ਕੀ ਕਰਦੇ ਹੋ ਮੈਮ? ਓਨੈਸਟਲੀ ਤੁਹਾਡਾ એનર્ਜੀ ਲੈਵਲ ਨਾ ਹਮੇਸ਼ਾ ਬੈਸਟ, ਹਮੇਸ਼ਾ 100% ਹੋਣਾ ਚਾਹੀਦਾ ਹੈ, ਵਰਨਾ ਕਲਾਇੰਟ ਨੂੰ ਕਦੀ ਸਮਝ ਨਹੀਂ ਆਏਗਾ। ਤੁਹਾਡਾ એનર્ਜੀ ਲੈਵਲ ਹਮੇਸ਼ਾ 100% ਹੋਣਾ ਚਾਹੀਦਾ ਹੈ। ਤੇ ਉਹਦੇ ਵਾਸਤੇ ਮੈਂ, ਮੇਰੇ ਪਾਰਟਨਰ, ਮੇਰੀ ਟੀਮ ਹਮੇਸ਼ਾ ਅਸੀਂ ਨਾ ਰਿਸਰਚ ਕਰਦੇ ਰਹਿੰਦੇ ਹਾਂ ਮਾਰਕੀਟ ਵਿੱਚ ਕੀ ਚੱਲ ਰਿਹਾ ਹੈ, ਮਾਰਕੀਟ ਵਿੱਚ ਕਿਹੜੇ ਨਵੇਂ ਕਨਸੈਪਟਸ ਆ ਰਹੇ ਨੇ, ਮਾਰਕੀਟ ਵਿੱਚ ਕਿਹੜੇ ਨਵੇਂ ਬ੍ਰਾਂਡਸ ਆ ਰਹੇ ਨੇ। ਜਿਵੇਂ ਬਹੁਤ ਸਾਰੇ ਇੰਟਰਨੈਸ਼ਨਲ ਬ੍ਰਾਂਡਸ ਨੇ ਜਿਹੜੇ ਇੰਡੀਅਨ ਮਾਰਕੀਟ ਵਿੱਚ ਆ ਰਹੇ ਨੇ, ਤੇ we should have proper knowledge in that। ਮੇਰੀ ਟੀਮ ਰਿਸਰਚ ਕਰਦੀ ਰਹਿੰਦੀ ਹੈ। ਸੋ ਫॉर ਐਗਜ਼ਾਮਪਲ ਵੀ ਹੈਵ ਵਨ ਗਾਈ ਇਨ ਆਰ ਟੀਮ ਜਿੰਦਾ ਕੰਮ ਹੀ ਹੈ ਹਰ ਮਹੀਨੇ ਉਹਨੇ 2 ਨਵੀਂ ਸਿਟੀਜ਼ ਜਾ ਕੇ ਐਕਸਪਲੋਰ ਕਰਨੀਆਂ ਨੇ, ਉਧਰ ਕੀ ਚੱਲ ਰਿਹਾ ਹੈ, ਉਧਰ ਕਿਹੜੇ ਨਵੇਂ ਕਨਸੈਪਟਸ ਆਏ ਨੇ, ਉਧਰ ਕਿਹੜੇ ਨਵੇਂ ਬ੍ਰਾਂਡਸ ਆਏ ਨੇ, ਉਧਰ ਕੀ ਮਿਸਿੰਗ ਹੈਗਾ ਹੈ, ਉਧਰ ਦੇ ਟੌਪ ਨੌਚ ਇਨਵੈਸਟਰਸ ਕੌਣ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਕਲਾਇੰਟਸ ਬਣਾ ਸਕਦੇ ਹਾਂ। ਤੇ ਯੂ ਨੀਡ ਟੂ ਡੂ R&D ਐਵਰੀ ਟਾਈਮ। ਤੇ ਮੇਰੀ ਟੀਮ, ਅਸੀਂ, ਮੈਂ, ਮੇਰੇ ਪਾਰਟਨਰ ਹਮੇਸ਼ਾ ਅਸੀਂ ਵਿਦ ਓਪਨ ਮਾਈਂਡਸ ਅਸੀਂ ਹਮੇਸ਼ਾ ਚੈੱਕ ਕਰਦੇ ਰਹਿੰਦੇ ਹਾਂ ਕਿ ਮਾਰਕੀਟ ਵਿੱਚ ਕੀ ਚੱਲ ਰਿਹਾ ਹੈ। ਹਾਂ, ਨਹੀਂ ਮੈਂ ਇਸ ਕਰਕੇ ਪੁੱਛ ਰਹੀ ਸੀ, ਜਿਵੇਂ ਤੁਸੀਂ ਕਿਹਾ ਨਾ ਕਿ ਹਰ ਤਰ੍ਹਾਂ ਦੇ ਕਲਾਇੰਟ ਆਉਂਦੇ ਆ ਤੁਹਾਡੇ ਕੋਲ, ਠੀਕ ਹੈ, ਤੇ ਆਪਣੇ ਆਪ ਨੂੰ ਮਤਲਬ ਕਿ ਹਮੇਸ਼ਾ ਪੋਜ਼ਿਟਿਵ ਰੱਖਣਾ ਇੰਨਾ ਆਸਾਨ ਨਹੀਂ ਹੁੰਦਾ। ਕਿਹੜਾ ਪੁਆਇੰਟ ਹੁੰਦਾ ਵਾਟ ਕੀਪਸ ਯੂ ਪੋਜ਼ਿਟਿਵ ਆਲ ਦ ਟਾਈਮਸ? Honestly, in that I would say see we generally do meditation। ਤੇ ਮੈਡੀਟੇਸ਼ਨ ਨਾ ਐਸੇ ਵਾਸਤੇ ਹੁੰਦੀ ਹੈ ਕਿ ਤੁਹਾਡੀ ਬੋਡੀ ਹਮੇਸ਼ਾ ਪੋਜ਼ਿਟਿਵ ਰਹੇ, ਤੁਸੀਂ ਹਮੇਸ਼ਾ ਪੋਜ਼ਿਟਿਵ ਵਾਈਬਸ ਜਨਰੇਟ ਕਰੋ, ਉਹਨੂੰ ਅੱਗੇ ਟ੍ਰਾਂਸਫਾਰਮ ਕਰੋ। ਤੇ ਵੀ ਆਲਵੇਜ਼ ਟਰਾਈ ਟੂ ਕੀਪ ਆਰਸੈਲਵਸ ਪੋਜ਼ਿਟਿਵ ਬਾਈ ਡੂਇੰਗ ਮੈਡੀਟੇਸ਼ਨ, ਬਾਈ ਡੂਇੰਗ R&D ਇਨ ਦ ਫੂਡ ਇੰਡਸਟਰੀ। ਨਵੇਂ ਆਊਟਲੈਟਸ ਜਾਂਦੇ ਹਾਂ, ਉਧਰ ਖਾਣਾ ਐਕਸਪਲੋਰ ਕਰਦੇ ਹਾਂ, ਲੋਕਲ ਜੁਆਇੰਟਸ ਤੇ ਵੀ ਜਾਂਦੇ ਹਾਂ, ਰੇਹੜੀਆਂ ਤੇ ਵੀ ਜਾਂਦੇ ਹਾਂ, ਟੌਪ ਨੌਚ ਰੈਸਟੋਰੈਂਟਸ ਤੇ ਵੀ ਜਾਂਦੇ ਹਾਂ। ਤੇ we are again at end of the day we are F&B consultants। ਤੇ ਫੂਡ ਸਾਡੀ ਨਸ ਵਿੱਚ ਹੈਗਾ ਹੈ, ਤੇ ਬਸ ਉਹੀ ਅਸੀਂ ਹਮੇਸ਼ਾ ਐਕਸਪਲੋਰ ਕਰਦੇ ਰਹਿੰਦੇ ਹਾਂ। that keeps us motivated every time। Okay, so you are just do exploring all the time। Agree। It keeps you positive। Agree ma'am, agree। This is the point। Okay, ਜਿਵੇਂ ਮੈਂ ਫਿਊਚਰ ਦੀ ਵੀ ਆਪਾਂ ਗੱਲ ਕੀਤੀ, ਬਟ ਸਟਿਲ ਇੱਕ ਪੁਆਇੰਟ ਹੁੰਦਾ ਹੈ ਕਿ ਲਾਈਫ 'ਚ ਸਕਸੈਸ ਔਰ ਫੇਲਿਅਰਸ ਨਾਲ ਚੱਲਦੇ ਨੇ। ਬਿਲਕੁਲ ਚੱਲਦੇ ਨੇ। ਕੋਈ ਫੇਲਿਅਰ ਤੁਹਾਨੂੰ ਯਾਦ ਆਉਂਦਾ ਇਸ ਟਾਈਮ? ਮੈਮ ਬਹੁਤ ਹੈਗੇ ਨੇ ਫੇਲਿਅਰਸ। ਤੇ ਇੱਕ ਐਂਟਰਪ੍ਰੈਨਿਓਰ ਦੀ ਲਾਈਫ ਵਿੱਚ ਫੇਲਿਅਰਸ ਇਜ਼ ਦਾ ਕੀ ਫੈਕਟਰ। ਉਹ ਫੇਲਿਅਰਸ ਹੀ ਉਹਨੂੰ ਹਮੇਸ਼ਾ ਮੋਟੀਵੇਟ ਕਰਕੇ ਰੱਖਦੇ ਨੇ। ਐਗਜ਼ੈਕਟਲੀ। ਮੇਰਾ ਕੁਐਸਚਨ ਇਹ ਸੀ ਕਿ ਫੇਲਿਅਰਸ ਇੰਪੋਰਟੈਂਟ ਹੁੰਦੇ ਨੇ ਬਹੁਤ ਜ਼ਿਆਦਾ ਮੈਮ, ਔਰ ਲੇਕਿਨ ਜਦ ਤੁਹਾਡੇ ਸਾਹਮਣੇ ਫੇਲਿਅਰਸ ਆਉਂਦੇ ਨੇ ਤਾਂ ਤੁਹਾਡਾ ਐਟੀਟਿਊਡ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਉਸ ਟਾਈਮ? ਮੈਮ ਸੀ ਐਜ਼ ਆਈ ਮੈਂਸ਼ਨ ਕਿ ਐਂਟਰਪ੍ਰੈਨਿਓਰ ਦੀ ਜਰਨੀ ਵਿੱਚ ਫੇਲਿਅਰਸ ਇਜ਼ ਦਾ ਕੀ ਮਾਈਲਸਟੋਨਸ, ਕਿਉਂਕਿ ਉਹਦੇ ਕੋਲੋਂ ਹੀ ਉਹ ਫੇਲਿਅਰਸ ਨਾਲ ਹੀ ਉਹ ਬੜੀ ਸਾਰੀ ਚੀਜ਼ਾਂ ਸਿੱਖਦਾ ਹੈ। ਤੇ ਓਬਵੀਅਸਲੀ ਵੀ ਆਲਸੋ ਹੈਡ ਕਪਲ ਆਫ ਫੇਲਿਅਰਸ ਇਨ ਆਰ ਕਰੀਅਰ, ਜਿੱਥੇ ਸਾਡਾ ਜਿਹੜਾ ਮੈਂ ਬੋਲ ਰਿਹਾ ਕਿ ਅਸੀਂ ਵੀ ਫਰਸਟ ਸਟਾਰਟਡ ਵਿਦ ਅ ਫੂਡ ਬ੍ਰਾਂਡ, ਉਹ ਕਿਸੇ ਪੁਆਇੰਟ ਤੇ ਆ ਕੇ ਨਹੀਂ ਚੱਲਿਆ, ਕਿਸੇ ਪੁਆਇੰਟ ਤੇ ਆ ਕੇ ਕਿਸੇ ਨੂੰ ਕੋਈ ਕੰਪਲੇਂਟਸ ਹੋਈਆਂ। ਹੁਣ ਅਸੀਂ ਜਿਹੜੀ ਕੰਸਲਟਿੰਗ ਕਰਦੇ ਹਾਂ ਉਹਦੇ ਵਿੱਚ ਦੇयर ਆਰ ਕਲਾਇੰਟਸ ਜਿਨ੍ਹਾਂ ਨੂੰ ਕੰਪਲੇਂਟਸ ਹੁੰਦੀਆਂ ਨੇ, ਸੋ ਦੋਸ ਕੰਪਲੇਂਟਸ ਆਰ ਫੇਲਿਅਰਸ। ਤੇ ਉਹ ਕੰਪਲੇਂਟਸ ਨੂੰ ਰਿਜ਼ੋਲਵ ਕਰਨਾ is our key motive। At end of the day, if our client is happy, we are happy, and that spreads the word of mouth। ਇੱਕ ਚੰਗਾ client word of mouth spread ਕਰਕੇ ਤੁਹਾਡੇ ਵਾਸਤੇ 10 ਨਵੇਂ client generate ਕਰ ਸਕਦਾ ਹੈ। ਤੇ that is why ਸਾਡਾ ਕੋਈ ਵੀ client ਜੇ unhappy ਹੁੰਦਾ ਹੈ, ਉਹਨੂੰ ਅਸੀਂ ਆਪਣਾ failure ਸਮਝ ਕੇ ਉਹਨੂੰ ਠੀਕ ਕਰਕੇ ਉਹਦੇ ਕੋਲੋਂ ਚੰਗਾ word of mouth ਲੈਣ ਦੀ ਕੋਸ਼ਿਸ਼ ਕਰਦੇ ਹਾਂ। ਓਕੇ, ਸਕਸੈਸ ਦਾ ਮਤਲਬ ਤੁਹਾਡੇ ਵਾਸਤੇ ਕੀ ਹੈ? ਮੈਮ ਸਕਸੈਸ ਦਾ ਮਤਲਬ ਮੇਰੇ ਵਾਸਤੇ, ਸਾਡੇ ਵਾਸਤੇ ਹੈ that people should talk about you in a positive way, on your front also and your back also। because let's say if you are doing, let's say ਤੁਸੀਂ ਮਾਰਕੀਟ ਵਿੱਚ ਚੰਗਾ ਕਰ ਰਹੇ ਹੋ ਤਾਂ ਤੁਹਾਡੇ ਮੂੰਹ ਤੇ ਚੰਗਾ ਬੋਲਣ ਵਾਸਤੇ ਬਹੁਤ ਹੋਣਗੇ, ਬਿਕੋਜ਼ ਉਹਨਾਂ ਬੰਦਿਆਂ ਕੋਲੋਂ ਸ਼ਾਇਦ ਤੁਹਾਡੇ ਕੋਲੋਂ ਕੋਈ ਕੰਮ ਲੈਣਾ ਹੋਏ। ਬਟ ਜੇ ਉਹ ਪਿੱਛੇ ਵੀ ਮਤਲਬ ਤੁਹਾਡੇ ਬੈਕ ਤੇ ਵੀ ਪੋਜ਼ਿਟਿਵ ਵਾਈਬਸ ਤੁਹਾਡੇ ਵਾਸਤੇ ਵਾਈਬਰੇਟ ਕਰ ਰਿਹਾ ਹੈ ਮਾਰਕੀਟ ਵਿੱਚ, ਸੋ that is what I call is success। ਓਕੇ, ਹੁਣ ਤੱਕ ਦੀ ਤੁਹਾਡੀ ਬਿਗੇਸਟ ਅਚੀਵਮੈਂਟ ਕੀ ਰਹੀ ਹੈ? ਮੈਮ ਬਿਗੇਸਟ ਅਚੀਵਮੈਂਟ
honestly speaking to ਜਿਸ ਪੁਆਇੰਟ ਤੇ ਅੱਜ ਅਸੀਂ ਹੈਗੇ ਆ ਕਿ ਅਸੀਂ ਮੈਂ ਤੇ ਮੇਰੇ ਪਾਰਟਨਰ ਅਸੀਂ ਸਾਡੇ ਕੰਪਨੀ ਨੂੰ ਐਕਸਪੈਂਡ ਕਰੀ ਜਾ ਰਹੇ ਆ ਕਲਾਇੰਟਸ ਆਈ ਜਾ ਰਹੇ ਨੇ ਕਲਾਇੰਟਸ ਹੁਣ देयर आर टाइम्स ਜਿੱਥੇ ਸਾਨੂੰ ਕਲਾਇੰਟਸ ਨੂੰ ਅਪਰੋਚ ਕਰਨਾ ਨਹੀਂ ਪੈਂਦਾ ਕਲਾਇੰਟਸ ਆਪਣੇ ਆਪ ਸਾਡੇ ਕੋਲ ਆਉਂਦੇ ਨੇ ਤੇ ਉਹ ਜਿਹੜਾ ਇੱਕ ਫੋਨ ਕਾਲ ਹੁੰਦਾ ਹੈ ਨਾ ਕਿ ਮੈਂ ਤੁਹਾਡੇ ਕੋਲੋਂ ਇੱਕ ਕੰਮ ਕਰਾਉਣਾ ਹੈ ਤੇ ਵੈਨ ਵੀ ਆਸਕ them ਕਿ ਤੁਹਾਨੂੰ ਸਾਡਾ ਰੈਫਰੈਂਸ ਕਿੱਥੋਂ ਮਿਲਿਆ ਉਹ ਕਹਿੰਦਾ ਫਲਾਣੇ ਤੁਹਾਡੇ ਕਸਟਮਰ ਨੇ ਸਾਨੂੰ ਤੁਹਾਡਾ ਰੈਫਰੈਂਸ ਦਿੱਤਾ ਹੈ that is the biggest milestone that is the biggest achievement anyone can have in the market ਕਿ ਇੱਕ ਚੰਗਾ ਕਲਾਇੰਟ ਤੁਹਾਨੂੰ ਰੈਫਰੈਂਸਸ ਦੇ ਰਿਹਾ ਹੈ ਓਕੇ ਤੇ 24 ਘੰਟੇ ਚ ਕਿੰਨੇ ਘੰਟੇ ਕੰਮ ਕਰਦੇ ਹੋ ਤੁਸੀਂ ਮੇਰੀ ਵਾਈਫ ਤੋਂ ਪੁੱਛੋਗੇ ਤਾਂ 24 ਘੰਟੇ ਕਰਦਾ ਅੱਛਾ ਜੀ ਕਿਉਂਕਿ ਮੇਰੀ ਵਾਈਫ ਤੇ ਮੇਰੀ ਲੜਾਈ ਇਸ ਵਾਸਤੇ ਹੁੰਦੀ ਹੈ ਕਿ ਸਵੇਰੇ ਉੱਠ ਕੇ ਆਈ ਵੇਕ ਅਪ अर्ਲੀ ਇਨ ਦ ਮਾਰਨਿੰਗ ਸੋ ਅਰਾਊਂਡ 5:36 ਆਈ ਵੇਕ ਅਪ ਉਸ ਤੋਂ ਬਾਅਦ ਐਕਸਰਸਾਈਜ਼ ਵਗੈਰਾ ਕੀਤੀ ਤੇ ਮੇਰੀ ਵਾਈਫ ਤੋਂ ਪੁੱਛੋਗੇ ਤੇ ਸਵੇਰੇ 5:30 ਵਜੇ ਤੋਂ ਲੈ ਕੇ ਰਾਤੀ 10-11 ਵਜੇ ਤੱਕ ਮੈਂ ਕੰਮ ਹੀ ਕਰ ਰਿਹਾ ਹੁੰਦਾ ਠੀਕ ਹੈ ਫਿਰ ਤੁਸੀਂ ਕਿਵੇਂ ਬੈਲੈਂਸ ਕਿਵੇਂ ਕਰਦੇ ਹੋ ਪ੍ਰੋਫੈਸ਼ਨਲ ਲਾਈਫ ਨੂੰ ਕੁਝ ਨਹੀਂ ਮੈਮ ਲੜਾਈਆਂ ਹੁੰਦੀਆਂ ਹੀ ਨੇ ਉਹ ਤੇ ਹਰ ਘਰ ਵਿੱਚ ਬਰਤਨ ਵੱਜਦੇ ਹੀ ਨੇ ਬਟ ਐਟ ਐਂਡ ਆਫ ਦ ਡੇ ਸ਼ੀ ਇਜ਼ ਹੈਪੀ ਵਟ ਆਈ ਐਮ ਡੂਇੰਗ I am together we are happy supporting you very much so मेरी वाइफ बहुत सपोर्ट कर दी है मेरी फैमिली बहुत सपोर्ट कर दी है so ultimately as I mentioned कि family is your strength also family is your pillar also ਤੇ ਕੋਈ ਵੀ ਬਿਜ਼ਨਸ ਵਿੱਚ ਜੇ ਫੈਮਿਲੀ ਸਪੋਰਟ ਨਹੀਂ ਹੈਗਾ ਤੇ ਚੰਗੇ ਬੰਦਿਆਂ ਦਾ ਤੁਹਾਨੂੰ ਸਪੋਰਟ ਨਹੀਂ ਹੈਗਾ ਤੁਹਾਡੀ ਟੀਮ ਚੰਗੀ ਨਹੀਂ ਹੈਗੀ you cannot make success okay ਸਰਦਾਰ ਸਿਮਰਨਜੀਤ ਸਿੰਘ ਜੀ being a Sikh ਕਿਸ ਤਰ੍ਹਾਂ ਫੀਲ ਕਰਦੇ ਹੋ ਮੈਮ honestly I feel very prestigious of being a Sikh I feel prestigious of being born in a Sikh family ਮਤਲਬ ਸਿੱਖੀਜ਼ਮ ਦਾ ਜਿਹੜਾ ਰਿਚ ਕਲਚਰ ਹੈ ਉਹਨੂੰ ਫੋਲੋ ਕਰਨਾ ਉਹਨੂੰ ਫੀਲ ਕਰਨਾ is a tremendous thing to be honest ਤੇ ਜਦ ਵੀ ਮੈਂ ਲਾਈਫ ਵਿੱਚ ਡੇਲੀ ਰੂਟੀਨ ਵਿੱਚ ਕਦੀ ਵੀ ਜੇ ਲੋ ਫੀਲ ਕਰਾਂ ਜਾਂ ਟਾਈਮ ਮਿਲੇ ਕੋਈ ਹੁੰਦਾ ਨਾ ਕਿ ਤੁਹਾਡੇ ਕੋਲ ਸਲੋਟ ਖਾਲੀ ਹੈ ਤੁਹਾਨੂੰ ਸਮਝ ਨਹੀਂ ਆਉਂਦਾ ਕੀ ਕਰੋ ਤੇ ਮੈਂ ਉਸ ਟਾਈਮ ਵਿੱਚ ਬਸ ਮੂਲ ਮੰਤਰ ਗਾਣਾ ਸ਼ੁਰੂ ਕਰ ਦਿੰਦਾ ਤੇ that keeps me motivated also that keeps me towards my culture also ਮਤਲਬ honestly ਸਿੱਖੀਜ਼ਮ ਦੇ ਬਾਰੇ ਵਿੱਚ ਤੇ it's an endless thing ਮਤਲਬ ਮੈਂ 10 ਮਿੰਟ ਤੁਸੀਂ ਜਿੰਨੀ ਦੇਰ ਕਹੋ ਉਨੀ ਦੇਰ ਅਸੀਂ ਬੋਲ ਸਕਦੇ ਹਾਂ ਜੀ ਸਿਮਰਨਜੀਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣੀ ਲਾਈਫ ਐਕਸਪੀਰੀਐਂਸਸ ਨੂੰ ਸਕਸੈਸ ਮੰਤਰਾ ਸਾਡੇ ਨਾਲ ਸ਼ੇਅਰ ਕੀਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ I would like to congratulate Inderpreet Singh ji and his entire team of Global Midas Foundation for doing such a tremendous work. God bless you. Thank you so much. ਸਤਿ ਸ਼੍ਰੀ ਅਕਾਲ